ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਿਦ ਅੰਤਰ ਧਾਰੈ ਪੰਚ ਜਨਾ ਸਿਉ ਸੰਗ ਨਿਵਾਰੈ। ਗੁਰ ਕਾ ਸ਼ਬਦ ਰਿਦ ਅੰਤਰ ਧਾਰੈ ਪੰਚ ਜਨਾ ਸਿਉ ਸੰਗ ਨਿਵਾਰੈ। ਦਾਸ ਇੰਦਰੀ ਕਰ ਰਾਖੈ ਬਾਸ ਤਾਂ ਕੈ ਆਤਮੈ ਹੋਏ ਪ੍ਰਗਾਸ। ਐਸੀ ਦ੍ਰਿੜਤਾ ਤਾਂ ਕੈ ਹੋਏ ਜਾਂ ਕੋ ਦਇਆ ਮਇਆ ਪ੍ਰਭ ਸੋਏ ਰਹਾਉ। ਸਾਜਨ ਦੁਸ਼ਟ ਜਾਂ ਕੈ ਏਕ ਸਮਾਨੈ ਜੇਤਾ ਬੋਲਣ ਤੇਤਾ ਗਿਆਨੈ। ਜੇਤਾ ਸੁਨਣਾ ਤੇਤਾ ਨਾਮ ਜੇਤਾ ਪੇਖਨ ਤੇਤਾ ਧਿਆਨ। ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ। ਸਹਜ ਬੈਰਾਗ ਸਹਜੇ ਹੀ ਹਸਨਾ ਸਹਜੇ ਚੂਪ ਸਹਜੇ ਹੀ ਜਪਨਾ। ਸਹਜੇ ਭੋਜਨ ਸਹਜੇ ਭਾਉ ਸਹਜੇ ਮਿਟਿਓ ਸਗਲ ਦੁਰਾਉ। ਸਹਜੇ ਹੋਆ ਸਾਧੂ ਸੰਗ ਸਹਜ ਮਿਲਿਓ ਪਾਰ ਬ੍ਰਹਮ ਨਿਸੰਗ। ਸਹਜੇ ਗ੍ਰਹਿ ਮੈਂ ਸਹਜ ਉਦਾਸੀ ਸਹਜੇ ਦੁਬਿਧਾ ਤਨ ਕੀ ਨਾਸੀ। ਜਾਂ ਕੈ ਸਹਜ ਮਨ ਭਇਆ ਆਨੰਦ ਤਾਂ ਕੋ ਭੇਟਿਓ ਪਰਮਾਨੰਦ। ਸਹਜੇ ਅੰਮ੍ਰਿਤ ਪੀਓ ਨਾਮ ਸਹਜੇ ਕੀਨੋ ਜੀ ਕੋ ਦਾਨ। ਸਹਜ ਕਥਾ ਮੈਂ ਆਤਮ ਰਸਿਆ ਤਾਂ ਕੈ ਸੰਗ ਅਬਨਾਸੀ ਵਸਿਆ। ਸਹਜੇ ਆਸਣ ਅਸਥਿਰ ਭਾਇਆ ਸਹਜੇ ਅਨਹਤ ਸ਼ਬਦ ਵਜਾਇਆ। ਸਹਜੇ ਰੋਣ ਝੁਣਕਾਰ ਸੁਹਾਇਆ ਤਾਂ ਕੈ ਘਰ ਪਾਰ ਬ੍ਰਹਮ ਸਮਾਇਆ। ਸਹਜੇ ਜਾਂ ਕੋ ਪਰਿਓ ਕਰਮਾ ਸਹਜੇ ਗੁਰ ਭੇਟਿਓ ਸੱਚ ਧਰਮਾ। ਜਾਂ ਕੈ ਸਹਿਜ ਭਇਆ ਸੋ ਜਾਣੈ ਨਾਨਕ ਦਾਸ ਤਾਂ ਕੈ ਕੁਰਬਾਣੈ। ਜਾਂ ਕੈ ਸਹਿਜ ਭਇਆ ਸੋ ਜਾਣੈ ਨਾਨਕ ਦਾਸ ਤਾਂ ਕੈ ਕੁਰਬਾਣੈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 236 ਅੰਗ ਤੇ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਹਿਜ ਅਵਸਥਾ ਦੀ ਪ੍ਰਾਪਤੀ ਬਾਬਤ ਇਹ ਅਸ਼ਟਪਦੀਆਂ ਉਚਾਰਨ ਕਰਦੇ ਹਨ ਕਿ ਜਦੋਂ ਜੀਵ ਦੀ ਸਹਿਜ ਅਵਸਥਾ ਬਣ ਜਾਂਦੀ ਹੈ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਇਸ ਜੀਵ ਦੇ ਲੱਛਣ ਬਦਲ ਜਾਂਦੇ ਹਨ। ਇਹ ਸਹਿਜ ਅਵਸਥਾ ਦੇ ਵਿੱਚ ਟਿਕ ਕੇ ਉਸ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਂਦਾ ਹੈ, ਜਿਸ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਜੀ ਨੇ ਸਹਿਜ ਅਵਸਥਾ ਦੀ ਪ੍ਰਾਪਤੀ ਬਾਰੇ ਇਹ ਅਸ਼ਟਪਦੀ ਦੇ ਵਿੱਚ ਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਜਦ ਜੀਵ ਦੀ ਸਹਿਜ ਅਵਸਥਾ ਬਣ ਜਾਂਦੀ ਹੈ, ਮਹਾਰਾਜ ਜੀ ਕਹਿਣ ਲੱਗੇ ਗੁਰ ਕਾ ਸ਼ਬਦ। ਹੇ ਭਾਈ, ਜੇ ਕੋਈ ਪ੍ਰੇਮੀ, ਜੇ ਕੋਈ ਸੇਵਕ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਅੰਦਰ ਧਾਰਦਾ ਹੈ, ਭਾਵ ਕਿ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਹੇ ਭਾਈ, ਜੇ ਕੋਈ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸ਼ਬਦ ਹੁੰਦਾ ਹੈ ਪੂਰਾ, ਜੈਸੇ ਇਹ ਅਸ਼ਟਪਦੀਆਂ 8 ਪਦਿਆਂ ਵਾਲਾ ਸ਼ਬਦ ਹੈ, ਕਿਤੇ 2 ਪਦਿਆਂ ਵਾਲਾ, 4 ਪਦਿਆਂ ਵਾਲਾ ਸ਼ਬਦ ਆਉਂਦਾ ਹੈ, ਉਸ ਸ਼ਬਦ ਦੀ ਵਿਚਾਰ ਨੂੰ ਜੇ ਆਪਣੇ ਹਿਰਦੇ ਵਿੱਚ ਧਾਰਨਾ ਕਰੇ, ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਰਿਦ ਹੁੰਦਾ ਹਿਰਦਾ, ਕਿ ਹੇ ਭਾਈ, ਜੇ ਕੋਈ ਗੁਰਸਿੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਦਾ ਹੈ, ਪੰਜ ਜਨਾਂ ਸਿਉ ਸੰਗ ਨਿਵਾਰੈ। ਉਹ ਪੰਜ ਜਨਾਂ 5 ਜਣੇ, ਭਾਵ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜੇ ਵਿਸ਼ੇ ਸ਼ਬਦ ਸਪਰਸ ਰੂਪ ਰਸ ਗੰਧ ਆਦਿ ਨਾਲੋਂ ਆਪਣਾ ਸੰਗ ਨਿਵਰਤ ਕਰ ਲੈਂਦਾ ਹੈ, ਆਪਣਾ ਸੰਗ ਤੋੜ ਲੈਂਦਾ ਹੈ, ਉਹਨਾਂ ਨੂੰ ਵੱਖਰਾ ਹੋ ਜਾਂਦਾ ਹੈ ਕਿ ਬਿਨਾਂ ਕਿ ਇਹਨਾਂ ਦੀ ਸੰਗਤ ਮਨ ਬਾਣੀ ਸਰੀਰ ਕਰਕੇ ਬਿਲਕੁਲ ਹੀ ਛੱਡ ਦਿੰਦਾ ਹੈ। ਹੇ ਭਾਈ, ਜੇ ਕੋਈ ਪ੍ਰੇਮੀ ਗੁਰੂ ਦਾ ਸਿੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਦਾ ਹੈ, ਉਹ ਪੰਜ ਜਨਾਂ 5 ਜਾਣੇ, ਭਾਵ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜੇ ਵਿਸ਼ੇ ਸ਼ਬਦ ਸਪਰਸ ਰਸ ਰੂਪ ਗੰਧ, ਇਹਨਾਂ ਨਾਲੋਂ ਆਪਣਾ ਸੰਗ ਨਿਵਰਤ ਕਰ ਲੈਂਦਾ ਹੈ। ਇਹਨਾਂ ਦੀ ਸੰਗਤ ਮਨ ਬਾਣੀ ਸਰੀਰ ਕਰਕੇ ਬਿਲਕੁਲ ਹੀ ਛੱਡ ਦਿੰਦਾ ਹੈ ਅਤੇ 10 ਇੰਦਰੀ ਕਰ ਰਾਖੈ ਬਾਸ। ਜੋ 10 ਇੰਦਰੀਆਂ, 5 ਗਿਆਨ ਇੰਦਰੇ, 5 ਕਰਮ ਇੰਦਰੇ, ਇਹਨਾਂ 10 ਨੂੰ ਸਮਦਮ ਸਾਧਨਾ ਨਾਲ ਬਸ ਕਰਕੇ ਰੱਖ ਲੈਂਦਾ ਹੈ, ਤਾਂ ਕਹਿ ਆਤਮੈ ਹੋਏ ਪ੍ਰਗਾਸ। ਤਾਂ ਉਸ ਦੇ ਆਤਮੈ ਅੰਦਰ ਮਨ ਦੇ ਵਿੱਚ ਵਾਹਿਗੁਰੂ ਸਰੂਪ ਦਾ ਪ੍ਰਕਾਸ਼ ਭਾਵ ਗਿਆਨ ਹੋ ਜਾਂਦਾ ਹੈ। ਪਹਿਲੇ ਸ਼ਬਦ ਦੇ ਅੰਦਰ ਮਹਾਰਾਜ ਜੀ ਨੇ ਪਰਮੇਸ਼ਰ ਦੇ ਅੰਦਰ ਪ੍ਰਗਟ ਹੋਣ ਦੀ ਗੱਲ ਦੱਸ ਦਿੱਤੀ ਹੈ ਕਿ ਸਹਿਜ ਅਵਸਥਾ ਬਣਨ ਦੇ ਨਾਲ
ਕਿ ਗੁਰੂ ਦਾ ਸ਼ਬਦ ਹਿਰਦੇ ਦੇ ਵਿੱਚ ਧਾਰ ਲਏ। ਪੰਜ ਜਨਾਂ ਸਿਉ ਸੰਗ ਨਿਵਾਰੈ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਜਾਂ ਵਿਸ਼ੇ ਹਨ ਪੰਜ, ਇਹਨਾਂ ਦੇ ਨਾਲੋਂ ਆਪਣਾ ਸੰਗ ਹੈ ਜਿਹੜਾ ਉਹ ਨਿਵਰਤ ਕਰ ਲੈਂਦਾ ਹੈ, ਇਹਨਾਂ ਨੂੰ ਆਪਣਾ ਸਾਥ ਛੱਡ ਦਿੰਦਾ ਹੈ ਅਤੇ ਇਹਨਾਂ ਦੀ ਸੰਗਤ ਮਨ ਬਾਣੀ ਸਰੀਰ ਕਰਕੇ ਬਿਲਕੁਲ ਛੱਡ ਦਿੰਦਾ ਹੈ। 10 ਇੰਦਰੀ ਕਰ ਰਾਖੈ ਬਾਸ, ਜੋ 10 ਇੰਦਰੀਆਂ ਹਨ ਕਿ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ, ਇਹਨਾਂ 10 ਨੂੰ ਸਮ ਦਮ ਕਿ ਸਾਧਨਾ ਦੇ ਕਰਨ ਨਾਲ ਬਸ ਕਰ ਲੈਂਦਾ ਹੈ। ਪਰਮੇਸ਼ਰ ਦਾ ਨਾਮ ਜਪਣ ਦੇ ਨਾਲ, ਪਰਮੇਸ਼ਰ ਦੀ ਬਾਣੀ, ਗੁਰੂ ਦੀ ਬਾਣੀ, ਬਾਣੀ ਦਾ ਉਪਦੇਸ਼ ਸੁਣ ਕੇ ਇਹਨਾਂ ਨੂੰ ਫਿਰ ਆਪਣੇ ਬਸ ਕਰ ਲੈਂਦਾ ਹੈ ਅਤੇ ਇਹਨਾਂ ਦੇ ਬਸ ਹੋਣ ਕਾਰਨ ਕਰਕੇ ਅਤੇ ਜੋ ਪੰਜ ਕਾਮ ਕ੍ਰੋਧ ਲੋਭ ਮੋਹ ਹਨ ਅਤੇ ਇਹਨਾਂ ਨੂੰ ਜਦੋਂ ਬਿਲਕੁਲ ਛੱਡ ਦਿੰਦਾ ਹੈ, ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ, ਤਾਂ ਕਹਿ ਆਤਮੈ ਹੋਏ ਪ੍ਰਗਾਸ, ਤਾਂ ਉਸ ਦੇ ਆਤਮਾ ਦੇ ਅੰਦਰ ਮਨ ਦੇ ਵਿੱਚ ਵਾਹਿਗੁਰੂ ਸਰੂਪ ਦਾ ਪ੍ਰਕਾਸ਼ ਭਾਵ ਗਿਆਨ ਹੋ ਜਾਂਦਾ ਹੈ। ਅੱਗੇ ਮਹਾਰਾਜ ਜੀ ਦੂਜੇ ਪਦੇ ਦੇ ਅੰਦਰ ਸਮਝਾ ਰਹੇ ਹਨ, ਐਸੀ ਦ੍ਰਿੜਤਾ ਤਾਂ ਕਹਿ ਹੋਏ, ਜਾਂ ਕੋ ਮਇਆ ਜਾਂ ਕੋ ਦਇਆ ਮਇਆ ਪ੍ਰਭ ਸੋਇ ਰਹਾਉ। ਮਹਾਰਾਜ ਜੀ ਰਹਾਉ ਦੇ ਬੰਦ ਵਿੱਚ ਸਮਝਾ ਰਹੇ ਹਨ, ਐਸੀ ਦ੍ਰਿੜਤਾ ਤਾਂ ਕਹਿ ਹੋਏ ਕਿ ਐਸੀ ਦ੍ਰਿੜਤਾ, ਐਸੀ ਪਕਿਆਈ, ਪੱਕੇ ਰਹਿਣ ਵਾਲੀ ਉਸ ਪੁਰਖ ਦੇ ਅੰਦਰ ਹੁੰਦੀ ਹੈ। ਜਾਂ ਕੋ ਦਇਆ ਮਇਆ ਪ੍ਰਭ ਸੋਏ, ਜਾਂ ਕੋ ਜਿਸ ਤੇ ਉਹ ਵਾਹਿਗੁਰੂ ਮਾਇਆ ਕਿਰਪਾ ਕਰਨ ਵਾਲਾ, ਮਿਹਰਬਾਨੀ ਕਰਨ ਵਾਲਾ, ਦਿਆਲਤਾ ਕਰਦਾ ਹੈ ਕਿ ਇਹ ਦ੍ਰਿੜਤਾ ਉਸ ਗੁਰਸਿੱਖ ਦੇ ਅੰਦਰ ਹੁੰਦੀ ਹੈ, ਪਰਮੇਸ਼ਰ ਦੇ ਵਾਹਿਗੁਰੂ ਦਾ ਪ੍ਰਕਾਸ਼ ਹੋਣ ਵਾਲੀ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਸਾਜਨ ਦੁਸ਼ਟ ਜਾਂ ਕੈ ਏਕ ਸਮਾਨੈ, ਜੇਤਾ ਬੋਲਣ ਤੇਤਾ ਗਿਆਨੈ। ਜਦੋਂ ਇਹ ਦ੍ਰਿੜਤਾ ਬਣ ਜਾਂਦੀ ਹੈ, ਪਰਮੇਸ਼ਰ ਕਿਰਪਾ ਕਰਨ ਵਾਲਾ, ਮਿਹਰਬਾਨੀ ਕਰਨ ਵਾਲਾ ਜਦੋਂ ਦਿਆਲਤਾ ਧਾਰਦਾ ਹੈ ਜੀਵ ਤੇ, ਸਾਜਨ ਦੁਸ਼ਟ ਜਾਂ ਕੈ ਏਕ ਸਮਾਨੈ, ਜਿਸ ਦੇ ਮਨ ਵਿੱਚ ਸਾਜਣ ਸੱਜਣ ਮਿੱਤਰ ਬੈਰੀ ਇੱਕੋ ਸਮਾਨ ਇੱਕ ਬਰਾਬਰ ਹੋਣ, ਉਸ ਪੁਰਖ ਨੂੰ ਸਹਿਜ ਅਵਸਥਾ ਵਾਲਾ ਸਮਝਣਾ ਚਾਹੀਦਾ ਹੈ। ਸਾਜਨ ਦੁਸ਼ਟ ਜਾਂ ਏਕ ਸਮਾਨੈ ਕਿ ਜਿਸ ਦੇ ਮਨ ਵਿੱਚ ਸਾਜਣ ਸੱਜਣ ਮਿੱਤਰ ਤੇ ਦੁਸ਼ਟ ਬੈਰੀ ਇੱਕੋ ਸਮਾਨ ਬਰਾਬਰ ਹੋਣ, ਉਸ ਪੁਰਖ ਨੂੰ ਸਹਿਜ ਅਵਸਥਾ ਵਾਲਾ ਸਮਝਣਾ ਚਾਹੀਦਾ ਹੈ। ਇਹ ਅਵਸਥਾ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਜਾਗਦੀ ਹੈ ਜਿਹੜੇ ਬਾਣੀ ਤੇ ਨਿਸ਼ਚਾ ਕਰਕੇ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਹਨ। ਉਹ ਬੈਰੀ ਨੂੰ ਤੇ ਮਿੱਤਰ ਨੂੰ ਇੱਕ ਬਰਾਬਰ ਸਮਝਣ ਲੱਗ ਜਾਂਦੇ ਹਨ, ਜਿਸ ਦੀ ਅਵਸਥਾ ਪਰਮੇਸ਼ਰ ਦੇ ਨਾਲ ਜੁੜਨ ਵਾਲੀ ਬਣ ਜਾਂਦੀ ਹੈ। ਨਹੀਂ ਤਾਂ ਜੀਵ ਦੁਆਇਸ਼ ਦੇ ਵਿੱਚ ਲੱਗਿਆ ਰਹਿੰਦਾ ਹੈ, ਇੱਕ ਨੂੰ ਚੰਗਾ ਕਹੀ ਜਾਂਦਾ ਹੈ, ਦੂਜੇ ਨੂੰ ਮਾੜਾ ਕਹੀ ਜਾਂਦਾ ਹੈ। ਪਰ ਜਿਹੜਾ ਪਰਮੇਸ਼ਰ ਦੇ ਨਾਲ ਜੁੜਨ ਦਾ ਤਰੀਕਾ ਲੱਭ ਲੈਂਦਾ ਹੈ, ਉਸ ਦਾ ਨਾਮ ਜਪਦਾ ਹੈ, ਉਸ ਦੀ ਪ੍ਰਾਪਤੀ ਕਰਨ ਵੱਲ ਚੱਲ ਪੈਂਦਾ ਹੈ, ਉਹ ਫਿਰ ਕਿ ਮਿੱਤਰ ਨੂੰ ਤੇ ਬੈਰੀ ਨੂੰ ਏਕ ਸਮਾਨ ਤੇ ਇੱਕ ਬਰਾਬਰ ਸਮਝਦਾ ਹੈ। ਜੇਤਾ ਬੋਲਣ ਤੇਤਾ ਗਿਆਨ ਹੈ, ਜੇਤਾ ਜਿਤਨਾ ਵੀ ਕੁਝ ਬੋਲਣਾ ਉਤਨਾ ਹੀ ਗਿਆਨ ਦੇ ਵਚਨ ਬੋਲਣੇ ਹਨ। ਉਸਨੇ ਹਮੇਸ਼ਾ ਜ਼ੁਬਾਨ ਵਿੱਚੋਂ ਐਸਾ ਵਾਕ ਨਿਕਲਦਾ ਹੈ ਉਸ ਦੇ ਅੰਦਰੋਂ, ਜੇਤਾ ਸੁਣਨਾ ਤੇਤਾ ਨਾਮ। ਜਿਤਨਾ ਵੀ ਸੁਣਨਾ
ਉਤਨਾ ਪਰਮੇਸ਼ਰ ਦੇ ਨਾਮ ਨੂੰ ਹੀ ਸੁਣਨਾ ਕਰੇ। ਜੇਤਾ ਸੁਣਨਾ ਤੇਤਾ ਨਾਮ, ਜਿਤਨਾ ਸੁਣਨਾ ਤੇਤਾ ਉਤਨਾ ਪਰਮੇਸ਼ਰ ਦੇ ਨਾਮ ਨੂੰ ਹੀ ਸੁਣਨਾ ਕਰੇ। ਜੇਤਾ ਪੇਖਣ ਤੇਤਾ ਧਿਆਨ, ਜਿਤਨਾ ਪੇਖਣ ਵੇਖਣਾ ਕਰੇ ਉਤਨਾ ਵਾਹਿਗੁਰੂ ਦਾ ਹੀ ਧਿਆਨ ਵੇਖੇ। ਭਾਵ ਉਸ ਵਾਹਿਗੁਰੂ ਦੀ ਜੋਤ ਨੂੰ ਸਾਰਿਆਂ ਵਿੱਚ ਦੇਖੇ। ਐਸਾ ਧਿਆਨ ਜੁੜਿਆ ਹੋਇਆ ਹੋਵੇ ਕਿ ਉਸ ਨੂੰ ਸਹਿਜ ਅਵਸਥਾ ਵਾਲਾ ਕਹੀਦਾ ਹੈ। ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ। ਸਹਿਜ ਬੈਰਾਗ ਸਹਿਜੇ ਹੀ ਹਸਨਾ, ਸਹਿਜੇ ਚੂਪ ਸਹਿਜੇ ਹੀ ਜਪਨਾ। ਸਹਿਜ ਅਵਸਥਾ ਵਾਲੇ ਦੀ ਮਹਾਰਾਜ ਜੀ ਬਾਣੀ ਦੇ ਅੰਦਰ ਵਡਿਆਈ ਕਰਦੇ ਹਨ ਕਿ ਜਿਸ ਦੀ ਸਹਿਜ ਅਵਸਥਾ ਬਣ ਜਾਂਦੀ ਹੈ ਉਹ ਸਹਿਜੇ ਉਹ ਸੁਤੇ ਸਿੱਧ ਹੀ ਬ੍ਰਹਮ ਗਿਆਨ ਕਰਕੇ ਜਾਗਦਾ ਹੈ ਕਿ ਸਹਿਜੇ ਸੁਤੇ ਸਿੱਧ ਹੀ ਸੰਸਾਰ ਵੱਲੋਂ ਸੌਂ ਗਿਆ ਹੈ। ਸਹਿਜੇ ਹੋਤਾ ਜਾਏ ਸੋ ਹੋਏ ਕਿ ਸੁਤੇ ਸਿੱਧ ਜੋ ਕੁਝ ਹੁੰਦਾ ਜਾਂਦਾ ਹੈ ਉਹ ਹੁੰਦਾ ਜਾਵੇ, ਉਸ ਤੋਂ ਨਫ਼ਰਤ ਨਹੀਂ ਕਰਦਾ ਕਿ ਪਰਮੇਸ਼ਰ ਇਉਂ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ। ਸਹਿਜੇ ਹੋਏ ਸਹਿਜੇ ਹੋਤਾ ਜਾਏ ਸੋ ਹੋਏ ਕਿ ਸਹਿਜ ਅਵਸਥਾ ਵਾਲਾ ਸੋਤੇ ਸਿੱਧ ਜੋ ਕੁਝ ਹੁੰਦਾ ਹੋ ਜਾਂਦਾ ਹੈ ਉਹ ਹੁੰਦਾ ਜਾਵੇ, ਉਸ ਤੋਂ ਨਫ਼ਰਤ ਨਹੀਂ ਕਰਦਾ ਕਿ ਪਰਮੇਸ਼ਰ ਇਹ ਇਉਂ ਕਿਉਂ ਕਰ ਰਿਹਾ ਹੈ। ਉਸ ਦੀ ਰਜ਼ਾ ਵਿੱਚ ਹੀ ਪ੍ਰਸੰਨ ਰਹਿੰਦਾ ਹੈ। ਸਹਿਜ ਬੈਰਾਗ ਸਹਿਜੇ ਹੀ ਹਸਨਾ, ਸਹਿਜੇ ਚੂਪ ਸਹਿਜੇ ਹੀ ਜਪਨਾ। ਮਹਾਰਾਜ ਗੁਰੂ ਅਰਜਨ ਦੇਵ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਸਹਿਜ ਬੈਰਾਗ ਸਹਿਜੇ ਹੀ ਹਸਣਾ ਕਿ ਜਿਸ ਦੀ ਸਹਿਜ ਅਵਸਥਾ ਬਣ ਜਾਂਦੀ ਹੈ ਕਦੇ ਸੁਭਾਵਕ ਹੀ ਬੈਰਾਗ ਦਾ ਪ੍ਰੇਮ ਦਾ ਬੈਰਾਗ ਛੁੱਟ ਪੈਂਦਾ ਹੈ। ਕਦੇ ਸਹਿਜੇ ਸੁਭਾਵਕ ਹੀ ਪ੍ਰੇਮ ਦਾ ਬੈਰਾਗ ਛੁੱਟ ਪੈਂਦਾ ਹੈ ਕਿ ਹੇ ਮਨਾ ਵਾਹਿਗੁਰੂ ਦੇ ਸਿਮਰਨ ਵਿੱਚ ਵਾਹਿਗੁਰੂ ਦੇ ਸਿਮਰਨ ਵਿੱਚ ਇਤਨਾ ਆਨੰਦ ਸੀ, ਪਿਛਲੀ ਉਮਰ ਐਵੇਂ ਕਿਉਂ ਗਵਾ ਲਈ। ਅਤੇ ਸੁਤੇ ਸਿੱਧ ਹੀ ਹੱਸਣ ਲੱਗ ਜਾਂਦਾ ਹੈ ਕਿ ਸ਼ੁਕਰ ਹੈ ਵਾਹਿਗੁਰੂ, ਹੁਣ ਤਾਂ ਤੂੰ ਆਨੰਦ ਬਖਸ਼ ਦਿੱਤਾ ਹੈ। ਸਹਿਜ ਅਵਸਥਾ ਵਾਲਾ ਦੇ ਇਹ ਲੱਛਣ ਬਣ ਜਾਂਦੇ ਹਨ। ਮਹਾਰਾਜ ਜੀ ਕਹਿਣ ਲੱਗੇ ਕਿ ਸਹਿਜ ਬੈਰਾਗ ਸਹਿਜੇ ਹੀ ਹੱਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ। ਕਦੇ ਸਹਿਜ ਸੁਭਾਵਕ ਹੀ ਕਿ ਸਹਿਜ ਅਵਸਥਾ ਵਾਲਾ ਪ੍ਰੇਮ ਦਾ ਬੈਰਾਗ ਛੁੱਟ ਪੈਂਦਾ ਹੈ ਉਸ ਦਾ ਕਿ ਹੇ ਮਨਾ ਵਾਹਿਗੁਰੂ ਦੇ ਸਿਮਰਨ ਵਿੱਚ ਇਤਨਾ ਆਨੰਦ ਸੀ, ਪਿਛਲੀ ਉਮਰ ਐਵੇਂ ਕਿਉਂ ਗਵਾ ਲਈ। ਅਤੇ ਸੁਤੇ ਸਿੱਧ ਹੀ ਹੱਸਣ ਲੱਗ ਜਾਂਦਾ ਹੈ ਕਿ ਸ਼ੁਕਰ ਹੈ ਵਾਹਿਗੁਰੂ, ਹੁਣ ਤਾਂ ਤੂੰ ਆਨੰਦ ਬਖਸ਼ ਦਿੱਤਾ ਹੈ। ਜਿਹੜੀ ਉਮਰ ਰਹਿੰਦੀ ਹੈ ਇਹ ਆਨੰਦ ਵਿੱਚ ਲੰਘ ਜਾਏ। ਇਉਂ ਸੁਤੇ ਸਿੱਧ ਉਸ ਅਵਸਥਾ ਦੀ ਪ੍ਰਾਪਤੀ ਨੂੰ ਲੈ ਕੇ ਪ੍ਰਸੰਨ ਹੁੰਦਾ ਹੈ। ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜ ਅਵਸਥਾ ਵਿੱਚ ਸੁਤੇ ਸਿੱਧ ਚੁੱਪ ਕਰਕੇ ਅਜਪਾ ਜਾਪ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰਨ ਲੱਗ ਜਾਂਦਾ ਹੈ। ਸਹਿਜੇ ਭੋਜਨ ਸਹਿਜੇ ਭਾਉ। ਮਹਾਰਾਜ ਜੀ ਕਹਿਣ ਲੱਗੇ ਉਸ ਨੂੰ ਸੁਤੇ ਸਿੱਧ ਹੀ ਭੋਜਨ ਪ੍ਰਾਪਤ ਹੁੰਦਾ ਹੈ, ਉਸ ਵਿੱਚ ਪ੍ਰਸੰਨ ਹੁੰਦਾ ਹੈ ਪਰਮੇਸ਼ਰ ਦੇ ਦਿੱਤੇ ਹੋਏ ਭੋਜਨ 'ਤੇ, ਕਿਉਂਕਿ ਉਹ ਸੁਤੇ ਸਿੱਧ ਹੀ ਪ੍ਰੇਮ ਭਾਵਨਾ ਰੱਖਦਾ ਹੈ। ਪ੍ਰੇਮ ਭਾਵਨਾ ਰੱਖਣ ਕਰਕੇ ਉਸ ਨੂੰ ਸੁਤੇ ਸਿੱਧ ਭੋਜਨ ਪ੍ਰਾਪਤ ਹੁੰਦਾ ਹੈ, ਉਸ ਵਿੱਚ ਹੀ ਫਿਰ ਪ੍ਰਸੰਨ ਰਹਿੰਦਾ ਹੈ। ਉਹ ਪ੍ਰਸੰਨ ਹੁੰਦਾ ਹੈ ਕਿ ਉਹ ਸਹਿਜ ਅਵਸਥਾ ਦਾ ਗਿਆਨ ਰੂਪੀ ਭੋਜਨ ਛਕਦਾ ਹੈ ਅਤੇ ਗਿਆਨ ਅਵਸਥਾ ਵਿੱਚ ਪ੍ਰੇਮ ਕਰਦਾ ਹੈ। ਸਹਿਜੇ ਮਿਟਿਓ ਸਗਲ ਦੁਰਾਓ
ਉਸ ਦੀ ਸਹਿਜ ਅਵਸਥਾ ਵਿੱਚ ਜੋ ਦੁਰਾਓ, ਜੋ ਲੁਕਾ ਛਿਪੀ ਭਾਵ ਕਵਟ ਛਲ ਆਦਿਕ ਸਾਗਲ ਸਾਰੇ ਸੋਤੇ ਸਿੱਧ ਹੀ ਮਿਟਿਓ ਮਿਟ ਜਾਂਦਾ ਹੈ। ਕਿ ਦਵੈਤ ਭਾਵੀ ਸੋਤੇ ਸਿੱਧ ਹੀ ਸਾਰੀ ਮਿਟ ਜਾਂਦੀ ਹੈ। ਸਹਿਜੇ ਮਿਟਿਓ ਸਗਲ ਦੁਰਾਓ, ਕਿ ਸਹਿਜ ਅਵਸਥਾ ਵਾਲਿਆਂ ਦੀ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਸ ਦੀ ਅਵਸਥਾ, ਸਹਿਜ ਅਵਸਥਾ ਵਿੱਚ ਰਹਿਣ ਵਾਲਿਆਂ ਦੀ ਜੋ ਦੁਰਾਓ ਲੁਕਾ ਛਿਪੀ ਭਾਵ ਕਵਟ ਛਲ ਆਦਿਕ ਸਾਰੇ ਸੋਤੇ ਸਿੱਧ ਹੀ ਮਿਟ ਜਾਂਦੇ ਹਨ। ਦੁਰਾਓ ਦਵੈਤ ਭਾਵੀ ਸੋਤੇ ਸਿੱਧ ਹੀ ਸਾਰੀ ਮਿਟ ਜਾਂਦੀ ਹੈ। ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮਨ ਸੰਗ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਸਹਿਜੇ ਹੋਆ ਸਾਧੂ ਸੰਗ, ਸੋਤੇ ਸਿੱਧ ਸਹਿਜ ਅਵਸਥਾ ਵਾਲਿਆਂ ਦਾ, ਸੋਤੇ ਸਿੱਧ ਸੰਤਾਂ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ। ਉਹ ਇਸ ਸਹਿਜ ਅਵਸਥਾ ਵਿੱਚ ਦਵੈਤ ਤੋਂ ਰਹਿਤ ਹੋ ਕੇ ਪਾਰ ਬ੍ਰਹਮ ਨਿਸੰਗ, ਪਾਰ ਬ੍ਰਹਮ ਵਾਹਿਗੁਰੂ ਵਿੱਚ ਨਿਸੰਗ ਨਿਸੰਕ ਹੋ ਕੇ ਸੋਤੇ ਸਿੱਧ ਮਿਲ ਜਾਂਦਾ ਹੈ। ਉਸ ਨੂੰ ਸਹਿਜ ਅਵਸਥਾ ਵਿੱਚ ਪਰਮੇਸ਼ਰ ਪ੍ਰਗਟ ਹੋ ਕੇ ਮਿਲ ਪੈਂਦਾ ਹੈ। ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਿਧਾ ਤਨ ਕੀ ਨਾਸੀ। ਕਿ ਸਹਿਜ ਅਵਸਥਾ ਵਾਲਾ ਗ੍ਰਸਤ ਵਿੱਚ ਰਹਿੰਦਾ ਵੀ, ਕਿ ਸਹਿਜ ਅਵਸਥਾ ਵਿੱਚ ਲੀਨ ਰਹਿੰਦਾ ਹੈ। ਉਹ ਗ੍ਰਸਤ ਵਿੱਚ ਰਹਿੰਦਾ ਹੋਇਆ ਸਹਿਜ ਅਵਸਥਾ ਵਿੱਚ ਲੀਨ ਰਹਿੰਦਾ ਹੈ ਅਤੇ ਦੁਨੀਆ ਤੋਂ ਉਦਾਸੀ ਉਪਰਾਮ ਰਹਿੰਦਾ ਹੈ। ਸਹਿਜੇ ਦੁਬਿਧਾ ਤਨ ਕੀ ਨਾਸੀ, ਕਿ ਸੋਤੇ ਸਿੱਧ ਸਰੀਰ ਦੀ ਦੁਬਿਧਾ ਦਵੈਤ ਨਾਸ ਹੋ ਜਾਂਦੀ ਹੈ। ਸਹਿਜੇ ਗਿਆਨ ਕਰਕੇ ਸਰੀਰ ਦੀ ਦੁਬਿਧਾ ਦਵੈਤ ਨਾਸ ਹੋ ਜਾਂਦੀ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਜਾਂ ਕੈ ਸਹਿਜ ਮਨ ਭਇਆ ਆਨੰਦ, ਤਾਂ ਕੋ ਭੇਟਿਓ ਪਰਮਾਨੰਦ। ਜਾਂ ਕੈ ਸਹਿਜ ਮਨ ਭਇਆ ਆਨੰਦ, ਜਾਂ ਕੈ ਜਿਸ ਦੇ ਗਿਆਨ ਕਰਕੇ ਅੰਤਸ ਕਰਨ ਵਿੱਚ ਹਿਰਦੇ ਵਿੱਚ ਸਰੂਪ ਦਾ ਆਨੰਦ ਹੋਇਆ ਹੈ। ਤਾਂ ਕੋ ਭੇਟਿਓ ਪਰਮਾਨੰਦ, ਕਿ ਤਾਂ ਕੋ ਉਸ ਨੂੰ ਪਰਮਾਨੰਦ ਵੱਡੇ ਆਨੰਦ ਵਾਲਾ ਪਰਮੇਸ਼ਰ ਮਿਲਿਆ ਹੈ। ਜਿਸ ਦੇ ਗਿਆਨ ਕਰਕੇ ਹਿਰਦੇ ਵਿੱਚ ਸਰੂਪ ਦਾ ਆਨੰਦ ਹੋਇਆ ਹੈ, ਉਸ ਨੂੰ ਪਰਮਾਨੰਦ ਵੱਡੇ ਆਨੰਦ ਵਾਲਾ ਪਰਮੇਸ਼ਰ ਮਿਲਿਆ ਹੈ। ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ। ਮਹਾਰਾਜ ਜੀ ਗੁਰੂ ਅਰਜਨ ਦੇਵ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਹਿਜ ਅਵਸਥਾ ਬਾਰੇ ਸਮਝਾ ਰਹੇ ਹਨ ਕਿ ਸਹਿਜ ਅਵਸਥਾ ਵਾਲੇ ਕੈਸੇ ਹੋ ਜਾਂਦੇ ਹਨ, ਉਹਨਾਂ ਦੇ ਕੀ ਲੱਛਣ ਬਣ ਜਾਂਦੇ ਹਨ, ਕੀ ਉਹਨਾਂ ਦੇ ਵਿੱਚ ਦੁਨਿਆਵੀ ਲੋਕਾਂ ਨਾਲੋਂ ਫਰਕ ਪੈ ਜਾਂਦਾ ਹੈ। ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਸਹਿਜੇ ਅੰਮ੍ਰਿਤ ਪੀਓ ਨਾਮ, ਉਸ ਨੇ ਸਹਿਜ ਅਵਸਥਾ ਵਾਲੇ ਨੇ ਸਹਿਜ ਅਵਸਥਾ ਵਿੱਚ ਇਸਤਤ ਕਰਨ ਵਾਲਾ ਅੰਮ੍ਰਿਤ ਨਾਮ ਪੀਣਾ ਕੀਤਾ ਹੈ। ਜਿਹੜੇ ਸਹਿਜ ਅਵਸਥਾ ਵਿੱਚ ਟਿਕ ਜਾਂਦੇ ਹਨ ਕਿ ਉਸ ਨੇ ਸਹਿਜ ਅਵਸਥਾ ਵਿੱਚ ਇਸਤਤ ਕਰਨ ਵਾਲਾ ਅੰਮ੍ਰਿਤ ਨਾਮ ਪੀਣਾ ਕੀਤਾ ਹੈ। ਸਹਿਜੇ ਕੀਨੋ ਜੀ ਕੋ ਦਾਨ, ਉਸ ਨੇ ਸੁਤੇ ਸਿੱਧ ਹੋਰਨਾਂ ਜੀਵਾਂ ਨੂੰ ਵੀ ਆਤਮਿਕ ਜੀਵਨ ਦਾ ਦਾਨ ਦੇਣਾ ਕੀਤਾ ਹੈ। ਸੁਭਾਵਕ ਹੀ ਜੀਵਾਂ ਨੂੰ ਬ੍ਰਹਮ ਗਿਆਨ ਦਾ ਦਾਨ ਦੇ ਕੇ ਜੀਵਨ ਮੁਕਤ ਕੀਤਾ ਹੈ। ਸਹਿਜ ਕਥਾ ਮੈਂ ਆਤਮ ਰਸਿਆ, ਜਿਸ ਦਾ ਆਤਮ, ਜਿਸ ਦਾ ਮਨ ਸਹਿਜ ਸਰੂਪ ਦੀ ਕਥਾ ਵਿੱਚ
ਰਚਿਆ ਹੈ ਤਦਾ ਘਰ ਹੋਇਆ ਹੈ, ਰੰਗਿਆ ਗਿਆ ਹੈ। ਤਾਂ ਕੈ ਸੰਗ ਅਬਨਾਸੀ ਵਸਿਆ, ਤਾਂ ਕੈ ਉਸ ਦੇ ਹਿਰਦੇ ਵਿੱਚ ਅਬਨਾਸੀ ਨਾਸ ਤੋਂ ਰਹਿਤ ਪਰਮਾਤਮਾ ਹਰ ਵਕਤ ਨਾਲ ਹੋ ਕੇ ਵਸਦਾ ਹੈ। ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ। ਸਹਿਜ ਕਥਾ ਮੈਂ ਆਤਮ ਰਸਿਆ, ਤਾਂ ਕੈ ਸੰਗ ਅਵਨਾਸੀ ਵਸਿਆ। ਛੇਵੇਂ ਪਦੇ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਸ ਦੀ ਸਹਿਜ ਅਵਸਥਾ ਬਣ ਜਾਂਦੀ ਹੈ, ਉਸਨੇ ਸਹਿਜ ਅਵਸਥਾ ਵਿੱਚ ਇਸਤਤ ਕਰਨ ਵਾਲਾ, ਟਿਕ ਕੇ ਰਹਿਣ ਵਾਲਾ ਜਿਹੜਾ ਅੰਮ੍ਰਿਤ ਨਾਮ ਉਹ ਪੀਣਾ ਕੀਤਾ ਹੈ, ਉਸਨੇ ਸੁੱਤੇ ਸਿੱਧ ਹੋਰਨਾਂ ਜੀਵਾਂ ਨੂੰ ਵੀ ਆਤਮਿਕ ਜੀਵਨ ਦਾ ਦਾਨ ਦੇਣਾ ਕੀਤਾ ਹੈ ਅਤੇ ਸੁਭਾਵਿਕ ਹੀ ਜੀਵਾਂ ਨੂੰ ਬ੍ਰਹਮ ਗਿਆਨ ਦਾ ਦਾਨ ਦੇ ਕੇ ਜੀਵਨ ਮੁਕਤ ਕੀਤਾ ਹੈ। ਜਿਸ ਦਾ ਆਤਮ, ਜਿਸ ਦਾ ਮਨ ਸਹਿਜ ਸਰੂਪ ਦੀ ਕਥਾ ਵਿੱਚ ਰਸਿਆ ਹੈ, ਤਦਾਕਾਰ ਹੋਇਆ ਹੈ, ਭਾਵ ਰੰਗਿਆ ਗਿਆ ਹੈ। ਤਾਂ ਕੈ ਸੰਗ ਅਬਨਾਸੀ ਵਸਿਆ, ਕਿ ਉਸ ਦੇ ਹਿਰਦੇ ਵਿੱਚ ਅਬਨਾਸੀ ਨਾਸ ਤੋਂ ਰਹਿਤ ਪਰਮਾਤਮਾ ਹਰ ਵਕਤ ਨਾਲ ਹੋ ਕੇ ਵਸਦਾ ਹੈ। ਸਹਿਜੇ ਆਸਣ ਅਸਥਿਰ ਭਇਆ, ਸਹਿਜੇ ਅਸਥਿਰ ਸਚ, ਸਹਿਜੇ ਆਸਣ ਅਸਥਿਰ ਭਾਇਆ। ਸਹਿਜੇ ਅਨਹਤ ਸ਼ਬਦ ਬਜਾਇਆ, ਸਹਿਜੇ ਰੁਣ ਚੁਣ ਕਾਰ ਸੁਹਾਇਆ। ਤਾਂ ਕੈ ਘਰ ਪਾਰ ਬ੍ਰਹਮ ਸਮਾਇਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਸਹਿਜੇ ਆਸਣ ਅਸਥਿਰ ਭਾਇਆ। ਜੋ ਸਹਿਜ ਅਵਸਥਾ ਵਿੱਚ ਟਿਕਣ ਵਾਲਾ ਹੈ ਕਿ ਉਹ ਸੁੱਤੇ ਸਿੱਧ ਮਨ ਦਾ ਆਸਥਿਰ ਸਥਿਤ ਹੋਣਾ ਹੈ। ਜੋ ਸੁੱਤੇ ਸਿੱਧ ਮਨ ਦਾ ਆਸਥਿਤ ਹੋਣਾ ਹੈ, ਇਹੋ ਆਸਣ ਉਸ ਨੂੰ ਭਾਇਆ, ਇਹੋ ਆਸਣ ਉਸ ਨੂੰ ਚੰਗਾ ਲੱਗਿਆ ਹੈ। ਗਿਆਨਵਾਨ ਨੂੰ ਸੁੱਤੇ ਸਿੱਧ ਹੀ ਆਸਥਿਰ ਨਾ ਚਲਾਏ ਮਨ ਵਾਲਾ ਆਸਣ ਚੰਗਾ ਲੱਗਿਆ ਹੈ। ਸਹਿਜੇ ਅਨਹਤ ਸ਼ਬਦ ਬਜਾਇਆ, ਕਿ ਉਸਨੇ ਹਿਰਦੇ ਵਿੱਚ ਸੁੱਤੇ ਸਿੱਧ ਹੀ ਅਨਹਤ ਨਾਸ ਤੋਂ ਰਹਿਤ ਇੱਕ ਰਸ ਸ਼ਬਦ ਬੱਜ ਆਇਆ ਹੈ, ਪ੍ਰਗਟ ਹੋ ਆਇਆ ਹੈ ਕਿ ਜੋ ਸੁੱਤੇ ਸਿੱਧ ਮਨ ਦਾ ਸਥਿਤ ਹੋਣਾ ਹੈ, ਮਨ ਦਾ ਟਿਕ ਜਾਣਾ ਹੈ, ਇਹੋ ਆਸਣ ਉਸ ਸਹਿਜ ਅਵਸਥਾ ਵਾਲੇ ਨੂੰ ਚੰਗਾ ਲੱਗਦਾ ਹੈ। ਜੋ ਮਨ ਟਿਕ ਕੇ ਨਾਮ ਦੇ ਨਾਲ ਜੁੜ ਜਾਵੇ ਕਿ ਸਹਿਜ ਅਵਸਥਾ ਵਾਲੇ ਨੂੰ ਇਹੋ ਹੀ ਚੰਗਾ ਲੱਗਿਆ ਹੈ। ਗਿਆਨਵਾਨ ਨੂੰ ਸੁੱਤੇ ਸਿੱਧ ਹੀ ਆਸਥਿਰ ਨਾ ਚਲਾਏ ਮਨ ਵਾਲਾ, ਜੋ ਨਾ ਚਲਾਏ ਜਾਣ ਵਾਲਾ ਆਸਣ ਚੰਗਾ ਲੱਗਿਆ ਹੈ। ਉਸ ਦੇ ਹਿਰਦੇ ਵਿੱਚ ਸੁੱਤੇ ਸਿੱਧ ਹੀ ਅਨਹਤ ਨਾਸ ਤੋਂ ਰਹਿਤ ਇੱਕ ਰਸ ਸ਼ਬਦ ਵੱਜ ਆਇਆ ਹੈ, ਸ਼ਬਦ ਪ੍ਰਗਟ ਹੋ ਆਇਆ ਹੈ। ਸਹਿਜੇ ਰੁਣ ਝੁਣਕਾਰ ਸੁਹਾਇਆ, ਉਸ ਪੁਰਖ ਦੇ ਹਿਰਦੇ ਵਿੱਚ ਸਿਮਰਨ ਦਾ ਸੁੱਤੇ ਸਿੱਧ ਹੀ ਸੁੰਦਰ ਛਣਕਾਰ ਸੋਭਦਾ ਹੈ। ਉਸ ਦੇ ਹਿਰਦੇ ਵਿੱਚ ਸਿਮਰਨ ਦੀ ਰੁਣ ਝੁਣਕਾਰ, ਇੱਕ ਰਸ ਸ਼ਬਦ ਦੀ ਮਿੱਠੀ ਮਿੱਠੀ ਝੁਣਕਾਰ ਸੋਭਦੀ ਹੈ। ਤਾਂ ਕੈ ਘਰ ਪਾਰ ਬ੍ਰਹਮ ਵਸਾਇਆ, ਕਿ ਤਾਂ ਕੈ ਉਸ ਦੇ ਘਰ, ਉਸ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਸਮਾ ਗਿਆ ਹੈ, ਭਾਵ ਵਿਆਪਕ ਹੋ ਗਿਆ ਹੈ। ਉਸ ਦੇ ਹਿਰਦੇ ਰੂਪੀ ਘਰ ਵਿੱਚ ਪਾਰ ਬ੍ਰਹਮ ਮਿਲਿਆ ਹੋਇਆ ਹੈ। ਜਿਸ ਪੁਰਖ ਦੇ ਹਿਰਦੇ ਵਿੱਚ ਸਿਮਰਨ ਦਾ ਸੁੱਤੇ ਸਿੱਧ ਹੀ ਸੁੰਦਰ ਛਣਕਾਰ ਸੋਭਦਾ ਹੈ, ਕਿ ਸ਼ਬਦ ਦੀ ਮਿੱਠੀ ਮਿੱਠੀ ਝੁਣਕਾਰ ਸੋਭਦੀ ਹੈ, ਕਿ ਉਸ ਦੇ ਹਿਰਦੇ ਰੂਪੀ ਘਰ ਵਿੱਚ ਪਾਰ ਬ੍ਰਹਮ ਪਰਮੇਸ਼ਰ ਮਿਲਿਆ ਹੋਇਆ ਹੈ। ਸਹਿਜੇ ਜਾਂ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸੱਚ ਧਰਮਾ। ਜਾਂ ਕੈ ਸਹਿਜ ਭਇਆ ਸੋ ਜਾਣੈ, ਨਾਨਕ ਦਾਸ ਤਾਂ ਕੈ ਕੁਰਬਾਨੈ। ਅਖੀਰਲੇ ਪਦੇ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ
बड़े ही विस्तार दे नाल गुरबाणी द्वारा समझा रहे हैं। सहजे जां को परियो कर्मा के सुते सिद्ध जिस दे मत्थे ते शुभ कर्मां दा लेख परियो पिया है। सहजे जां को परियो कर्मा के सुते सिद्ध ही जिस दे मत्थे ते शुभ कर्मां दा लेख परियो पिया है। जिस उत्ते गुरु साहिब जी कर्मा किरपा परियो है पई है। जिस दे उत्ते गुरु साहिब जी दी किरपा पई है, किरपा हुई है। सहजे गुर भेट्यो सच धर्मा उसनों सहज अवस्था प्राप्त होंदी है। उसनों सुते सिद्ध ही सच धर्म सच्चे धर्म नूं देण वाले गुरु साहिब जी मिले हन। जिस दे मत्थे ते शुभ कर्मां दा लेख पिया होया है। उसनों सुते सिद्ध ही सच धर्म सच्चे धर्म नूं देण वाले गुरु साहिब जी मिले हुए हैं। जैसा कि ताज सब भरम भजियो पार ब्रह्म कहो नानक अटल यह धर्म। महाराज जी ने अगे समझाउणा कीता है। जां कै सहज भया सो जाणै नानक दास तां कै कुरबाणै। गुरु अर्जन देव महाराज जी कथन करते हैं कि जिस दे हिरदे अंदर सहज अवस्था हुई है, सहज अवस्था बनी है, ओहो ही परमात्मा नूं जानदा है। जां कै सहज भया सो जाणै कि जां कै जिस दे हिरदे अंदर सहज अवस्था हुई है, ओहो ही परमात्मा नूं जानदा है। जिस नूं ज्ञान होया है ओहो ही परमेश्वर नूं जानदा है। नानक दास तां कै कुरबाणै। सतगुरु गुरु अर्जन देव महाराज जी कथन करते हैं कि हे भाई दासा भाव धारण करके उस दे उपरों बलिहार कुरबान जाइए। जिस दे हिरदे अंदर सहज अवस्था हुई है कि जिस ने परमेश्वर नूं जानना कीता है, जिस नूं ज्ञान होया है, ओहो ही परमेश्वर नूं जानदा है। जिहड़ा परमेश्वर नूं जानदा है कि दासा भाव धार के उस दे उपरों बलिहार जाना करिए। महाराज जी ने बड़े ही विस्तार दे नाल गुरबाणी द्वारा संगतां नूं सहज अवस्था नाम जपण वाली अवस्था बारे समझाउणा कीता है कि जिस दी अवस्था नाम जपण वाली बन जाती है ते नाम जपण दे विच रच जाती है। उस तो महाराज जी कहन लगे बलिहार कुरबान जाना करिए। जिसने परमेश्वर नूं जानना कीता है, जिसनों ज्ञान होया है परमेश्वर दे मिलन दा कि ओहो ही परमात्मा नूं जानदा है। जिस दे हिरदे अंदर सहज अवस्था हुई है, उस दे उपरों बलिहार कुरबान जाना करिए। महाराज जी ने नाम जपण वाले की वडियाई कीती है। जो नाम जपदा है ओहो इस संसार समुंदर तो पार हो जाता है, जन्म मरण का गेड़ कट लैंदा है। जिस लाहे वास्ते इत्थे जीव आया है उसका वो